वाहिगुरु जी का खालसा वाहिगुरु जी की फतेह। ਆਪਾਂ ਨੂੰ ਆਪਣੀ ਜਿੰਨੀ ਪਾਉਣੀ ਹੈ। ਵਾਹਿਗੁਰੂ ਜੀ ਘਰੇ ਕੁਛ ਮਰਜ਼ੀ ਇਹਨਾਂ ਨੂੰ ਬਣਾ ਕੇ ਦੇਈ ਜਾਓ, ਛੋਲੇ ਪੂਰੀਆਂ ਬਣਾ ਦਿਓ, ਰਾਜਮਾ ਚਾਵਲ ਬਣਾ ਦਿਓ, ਪਰ ਬੱਚਿਆਂ ਦਾ ਇਹੋ ਜਿਹੇ ਕਿੱਥੇ ਜਿਹੜੀਆਂ ਪੈਟੀਆਂ ਪੁੱਟੀਆਂ ਖਾਣੀਆਂ ਨੇ ਬਾਹਰ ਦੀਆਂ ਲਾਲ ਗਿਰੀ ਹੋ ਰਹਿੰਦੀ ਹੈ। ਬੇ ਟਾਈਮ ਜਿਹੋ ਜਿਹੇ ਕੁਝ ਖਾ ਲੈਂਦੇ ਨੇ ਨਾਸ਼ਤੇ ਦੇ ਤੌਰ ਤੇ ਆਹ ਇੱਕ ਹੋਰ ਹੈ, ਇਹ ਵੀ ਲੈ ਲਿਓ। ਤੇ ਮੈਂ ਦੁੱਧ ਬਣਾ ਲੈਂਦੀ ਹਾਂ, ਠੀਕ ਹੈ, ਨਾਲ ਦੁੱਧ ਪੀ ਲਿਓ। ਪਾਣੀ ਵੀ ਲੈ, ਪਾਣੀ ਪਹਿਲਾਂ ਪੀ ਲਿਓ, ਕਈ ਵਾਰ ਖਾਂਸੀ ਖੁੰਸੀ ਦਾ ਡਰ ਰਹਿੰਦਾ। ਵਾਹਿਗੁਰੂ ਜੀ ਕੰਮ ਬਹੁਤ ਉਲਝ ਜਾਂਦਾ ਹੈ। ਕੁੜੀ ਉਹਨਾਂ ਦਾ ਫੋਨ ਆਇਆ ਸੀ ਰਸੋਈ 'ਚ ਬਾਕਸ ਲਾਉਣ ਵਾਲਿਆਂ ਦਾ, ਉਹ ਕਹਿੰਦੇ ਬਾਕਸ ਤਿਆਰ ਹੋ ਗਏ, ਅਸੀਂ ਲਾਉਣ ਆ ਰਹੇ ਹਾਂ। ਫਿਰ ਚਲੋ ਜਿਵੇਂ ਦੁਪਹਿਰ ਦਾ ਟਾਈਮ ਹੈ, 1:30 ਵਜੇ ਹੈ, ਫਿਰ ਜੇ ਹੁਣ ਆਉਣਗੇ ਰੋਟੀ ਦਾ ਟਾਈਮ ਹੋਊਗਾ, ਫਿਰ ਪ੍ਰਸ਼ਾਦਾ ਵੀ ਛਕਾਵਾਂਗੇ। ਚਿੱਟੇ ਚਣੇ ਬਣਾਉਣ ਲੱਗੀ ਹਾਂ, ਤੇ ਨਾਲ ਕੋਈ ਦਾਲ ਦੂਲ ਬਣ ਜਾਂਦੀ ਹੈ, ਬੂੰਦੀ ਬਣ ਜਾਂਦੀ ਹੈ। ਵਾਹਿਗੁਰੂ ਜੀ, ਇਹ ਸ਼ਾਮ ਦਾ ਟਾਈਮ ਹੈ। ਵੈਸੇ ਇਹ ਫਰਨੀਚਰ ਵਾਲਿਆਂ ਨੇ ਕਿਹਾ ਸੀਗਾ ਵੀ ਅਸੀਂ ਬਾਕਸ ਤਿਆਰ ਕਰਕੇ ਲੈ ਕੇ ਆਵਾਂਗੇ ਦੁਪਹਿਰ ਤੱਕ, ਪਰ ਸ਼ਾਮ ਨੂੰ ਆਏ ਨੇ। ਹੁਣ ਫਿਰ ਇਹਨਾਂ ਨੇ ਮਤਲਬ ਕਿ ਵੀ ਇੱਥੇ ਉਤਾਰ ਕੇ ਜਾਣਗੇ ਘਰ। ਇਹ ਹੁਣ ਫਿਟਿੰਗ ਨਹੀਂ ਕਰਨਗੇ, ਫਿਟਿੰਗ ਕਰਨ ਵਾਸਤੇ ਇਹ ਕੱਲ੍ਹ ਆਉਣਗੇ। ਵਾਹਿਗੁਰੂ ਜੀ, ਬਹੁਤ ਸੋਹਣੀ ਹਵਾ ਚੱਲ ਰਹੀ ਹੈ ਬਾਹਰ। ਹੁਣ ਇਹ ਜਿਹੜੀਆਂ ਰੱਸੀਆਂ ਜਿਹੀਆਂ ਬੰਨੀਆਂ ਹੋਈਆਂ ਬਾਕਸਾਂ ਨੂੰ, 2 ਰੇੜੀਆਂ 'ਤੇ ਲੈ ਕੇ ਆਏ ਨੇ ਬਾਕਸ, ਜਿਹੜੇ ਆਪਾਂ ਰਸੋਈ 'ਚ ਲਗਾਉਣੇ ਨੇ। ਅਤੇ ਸੈਲਫ ਦੇ ਉੱਪਰਲੀ ਸਾਈਡ ਵੀ ਲੱਗਣਗੇ, ਨੀਚੇ ਵਾਲੀ ਸਾਈਡ ਵੀ ਲੱਗਣਗੇ। ਇਹ ਰੱਸੀਆਂ ਖੋਲ੍ਹੀਆਂ ਨੇ ਇਹਨਾਂ ਨੇ, ਅਤੇ ਨਾਲੇ ਸਰਦਾਰ ਜੀ ਨਾਲ ਗੱਲਾਂ ਮਾਰ ਰਹੇ ਨੇ ਭਾਈ ਸਾਹਿਬ ਜਿਹੜੇ ਲੈ ਕੇ ਆਏ ਨੇ ਸਮਾਨ। ਵਾਹਿਗੁਰੂ ਜੀ, ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ, ਜਿਹੜਾ ਮੁੰਡਾ ਸਾਹਮਣੇ ਤੁਸੀਂ ਦੇਖ ਰਹੇ ਹੋ ਅਮਨ, ਇਹ ਸਾਡੀ ਇੱਕ ਮਿਸਟ ਦੀ ਦੁਕਾਨ ਦੇ ਨਾਲ ਇਹਦੀ ਫਰਨੀਚਰ ਦੀ ਦੁਕਾਨ ਹੈ। ਇਹ ਸਾਡੇ ਪਿੰਡ ਦੇ ਹੀ ਨੇ, ਅਤੇ ਇਹਨਾਂ ਨੇ ਸਾਡੇ ਤੋਂ ਵੀਡੀਓ ਬਣਵਾ ਕੇ ਪਾਈ ਸੀਗੀ ਫਰਨੀਚਰ ਦੀ। ਅਤੇ ਫਿਰ ਇਹ ਹੁਣ ਜਿਹੜਾ ਲੱਕੜ ਦਾ ਸਮਾਨ ਜਿੰਨਾ ਵੀ ਇਹਨਾਂ ਨੇ ਤਿਆਰ ਕੀਤਾ ਹੈ, ਅਤੇ ਇਹ ਇਹਨਾਂ ਨੇ ਕਰਿਆ। ਹੁਣ ਸਾਰਾ ਉਤਾਰ ਕੇ ਪਹਿਲਾਂ ਲੌਬੀ 'ਚ ਰੱਖ ਰਹੇ ਨੇ, ਫਿਰ ਉੱਪਰਲੇ ਪੋਰਸ਼ਨ 'ਤੇ ਚੜ੍ਹਾਉਣਗੇ। ਸਰਦਾਰ ਜੀ ਕਹਿੰਦੇ ਚਲੋ ਮੈਂ ਦਰਵਾਜ਼ਾ ਫੜ ਕੇ ਰੱਖਾਂ। ਅਤੇ ਵਾਹਿਗੁਰੂ ਜੀ, ਮੈਂ ਤਾਂ ਸਬਜ਼ੀ ਸੁਬਜ਼ੀ ਬਣਾ ਕੇ, ਦਾਲ ਬਣਾ ਕੇ ਦੁਪਹਿਰ ਦੀ ਮਤਲਬ ਕਿ ਆਟਾ ਗੁੰਨ ਕੇ ਰੱਖ ਲਿਆ ਸੀ ਵੀ ਜੇ ਦੁਪਹਿਰੇ ਇਹ ਆਉਣਗੇ ਕੰਮ 'ਤੇ ਕਰਨ ਵਾਸਤੇ, ਫਿਟਿੰਗ ਕਰਨ ਵਾਸਤੇ, ਵੀ ਫਿਰ ਟਾਈਮ ਸਿਰ ਰੋਟੀ ਤਾਂ ਚਲੋ ਦੇਣੀ ਬਣਦੀ ਹੈ, ਇਹ ਆਪਣਾ ਫਰਜ਼ ਹੈ। ਪਰ ਇਹ ਆਏ ਸ਼ਾਮ ਨੂੰ ਨੇ, ਹੁਣ ਆਪਣਾ ਸਮਾਨ ਇਹ ਉਤਾਰ ਰਹੇ ਨੇ ਅਤੇ ਫਿਰ ਉੱਪਰ ਲੈ ਕੇ ਜਾਣਗੇ। ਪਰ ਉੱਪਰ ਚੜ੍ਹਾਉਣਾ ਔਖਾ ਬਹੁਤ ਹੈ। ਜਿਹੜਾ ਮਤਲਬ ਕਿ ਇਹ ਬਾਕਸ ਬਣਵਾਏ ਨੇ ਜੀ, ਇਹ ਵਧੀਆ ਪਲਾਈ ਦੇ ਬਣਾਏ ਨੇ। ਇਹ ਥੋੜ੍ਹੇ ਜਿਹੇ ਭਾਰੀ ਨੇ ਇਹ ਚੱਕਣ ਦੇ ਵਿੱਚ। ਜਿੰਨੀ ਮਤਲਬ ਕਿ ਵੀ ਹਲਕੀ ਪਲਾਈ ਹੁੰਦੀ ਹੈ, ਉਨੀ ਸਸਤੀ ਹੁੰਦੀ ਹੈ, ਅਤੇ ਉਹਦਾ ਵੇਟ ਵੀ ਘੱਟ ਹੁੰਦਾ। ਇਹ ਵਧੀਆ ਪਲਾਈ ਹੈ, ਇਹਦਾ ਵੇਟ ਵੀ ਥੋੜ੍ਹਾ ਜ਼ਿਆਦਾ ਹੀ ਹੈ, ਨਿੱਗਰ ਜੀ ਹੈ। ਵਾਹਿਗੁਰੂ ਜੀ, ਇਹੋ ਜਿਹੀਆਂ ਚੀਜ਼ਾਂ ਇਹ ਰੋਜ਼ ਤਾਂ ਬਣਦੀਆਂ ਨਹੀਂ ਹੈਗੀਆਂ ਜੀ। ਅਤੇ ਐਂ ਹੁੰਦਾ ਵੀ ਚਲੋ ਇੱਕ ਵਾਰ ਬਣੀ ਹੋਈ ਚੀਜ਼ ਸੋਹਣਾ ਟਾਈਮ ਕੱਢ ਜਾਂਦੀ ਹੈ, ਰੋਜ਼ ਬਣਾਉਣੀਆਂ ਬਹੁਤ ਔਖੀਆਂ ਨੇ। ਵਾਹਿਗੁਰੂ ਜੀ, ਇਹ ਸਾਰੇ ਜਿੰਨੇ ਵੀ ਬਾਕਸ ਲੈ ਕੇ ਆਏ ਨੇ, ਇਹ ਹੁਣ ਨੀਚੇ ਤੋਂ ਉੱਪਰ ਚੜ੍ਹਾ ਰਹੇ ਨੇ। ਅਤੇ ਹੁਣ ਪਹਿਲਾਂ ਮੈਂ ਇਹਨਾਂ ਨੂੰ ਪਾਣੀ ਦਊਂਗੀ, ਫਿਰ ਇਹਨਾਂ ਵਾਸਤੇ ਚਾਹ ਬਣਾਉਂਗੀ। ਵਾਹਿਗੁਰੂ ਜੀ, ਕੰਮ ਕੋਈ ਵੀ ਹੈ, ਹਰੇਕ ਕੰਮ ਮਿਹਨਤ ਮੰਗਦਾ। ਚਲੋ ਮਿਹਨਤ ਕਰਦੇ ਰਹਿਣਾ ਚਾਹੀਦਾ ਜੀ, ਇਮਾਨਦਾਰੀ ਨਾਲ। ਫਿਰ ਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਉਹਦੇ 'ਚ ਬਰਕਤਾਂ ਵੀ ਪਾਉਂਦੇ ਨੇ ਅਤੇ ਸਫਲਤਾ ਵੀ ਦਿੰਦੇ ਨੇ। ਮਿਹਨਤ ਕੋਈ ਵੀ ਕਰੇ, ਸਭ ਨੂੰ ਹੀ ਕਰਨੀ ਚਾਹੀਦੀ ਹੈ ਜੀ। ਵਾਹਿਗੁਰੂ ਜੀ, ਇਹ ਨੀਚੇ ਵਾਲੇ ਬਾਕਸ ਨੇ ਜਿਹੜੇ ਸੈਲਫ ਦੇ ਨੀਚੇ ਲੱਗਣਗੇ।
ਇਹਨਾਂ ਵਿੱਚ ਟੋਕਰਾ ਫਿੱਟ ਹੋਇਆ ਹੋਇਆ ਤੇ ਬਾਕੀ ਇੰਨਾ ਹਾਲੇ ਫਿਲਹਾਲ ਪਤਾ ਨਹੀਂ ਲੱਗ ਰਿਹਾ ਕਿਹੜਾ ਕਿੱਥੇ ਹੋਊਗਾ ਸੈੱਟ। ਬਾਅਦ 'ਚ ਦੇਖਾਂਗੇ ਇਹਨਾਂ ਦੇ ਗਿਆਨ ਤੋਂ, ਫਿਰ ਸਰਦਾਰ ਜੀ ਨੂੰ ਪੁੱਛੂੰਗੀ। ਜਾਂ ਫਿਰ ਜਦੋਂ ਦੂਸਰੇ ਦਿਨ ਹੁਣ ਇਹ ਆਉਣਗੇ, ਕਿਉਂ ਅੱਜ ਤਾਂ ਪਹਿਲਾਂ ਹੀ ਵਾਹਿਗੁਰੂ ਜੀ ਇਹਨਾਂ ਨੂੰ ਸ਼ਾਮ ਹੋ ਗਈ। ਤੇ ਇਹ ਪੱਲੇ ਨੇ ਇਹਨਾਂ ਦੇ ਜਿਹੜੇ ਅੱਗੇ ਆਪਾਂ ਬਾਕਸ ਖੋਲ੍ਹਦੇ ਆ ਬੰਦ ਕਰਦੇ ਆ, ਪ੍ਰਤੀਕ ਵੀ ਹੈਲਪ ਕਰ ਰਿਹਾ ਨਾਲ। ਵਾਹਿਗੁਰੂ ਜੀ ਉੱਪਰ ਵਾਲੇ ਬਾਕਸ ਚਿੱਟੇ ਨੇ, ਪੱਲੇ ਇਹਨਾਂ ਦੇ ਮਤਲਬ ਕਿ ਵਾਈਟ ਕਲਰ ਦੀ ਪਲਾਈ ਸਨਮੈਕਾ ਜੋ ਵੀ ਹੈ ਉਹ ਲਗਵਾਇਆ ਹੈ। ਤੇ ਜਿਹੜੇ ਨੀਚੇ ਤਿਆਰ ਕਰਵਾਵਾਂਗੇ ਉਹਨਾਂ ਨੂੰ ਬਲੈਕ ਕਲਰ ਦੇ ਲਗਵਾਵਾਂਗੇ। ਤੇ ਵਾਹਿਗੁਰੂ ਜੀ ਬਹੁਤ ਖੁਸ਼ ਹੋ ਗਏ ਇਹ ਸਾਰੇ ਭਾਈ ਸਾਹਿਬ ਕੰਮ ਕਰਦੇ ਤੇ ਜਿਹੜਾ ਕੰਮ ਖੁਸ਼ ਹੋ ਕੇ ਕੀਤਾ ਜਾਵੇ ਮਿਹਨਤ ਨਾਲ, ਫਿਰ ਉਹਦੇ ਵਿੱਚ ਤਾਂ ਜ਼ਰੂਰ ਬਰਕਤ ਪੈਂਦੀ ਹੈ, ਰੰਗ ਲੱਗਦੇ ਨੇ। ਤੇ ਉਹੀ ਹੈ ਵਾਹਿਗੁਰੂ ਜੀ, ਜਿਵੇਂ ਉੱਪਰ ਚੀਜ਼ ਚੜਾਉਣੀ ਬਹੁਤ ਔਖੀ ਹੋ ਜਾਂਦੀ ਹੈ ਵਿਚਾਰੇ, ਬਹੁਤ ਇੱਕ ਤਾਂ ਭਾਰੀ ਇੰਨੇ ਨੇ, ਇੱਕ ਉੱਪਰ ਚੜਾਉਣੇ ਹੈ ਤਾਂ ਔਖਾ ਹੀ ਹੈ। ਬਾਕੀ ਇਹਨਾਂ ਨੂੰ ਰੋਜ਼ ਦਾ ਇਹਨਾਂ ਦਾ ਕੰਮ ਹੈ, ਆਦਤ ਪਈ ਹੁੰਦੀ ਹੈ ਇਹਨਾਂ ਨੂੰ। ਕਹਿੰਦੇ ਅਸੀਂ ਤਾਂ ਤੀਜੀ, ਅਸੀਂ ਕਿਹਾ ਵੀ ਸੀ ਇਹਨਾਂ ਨੂੰ ਹੋਣਾ ਵੀ ਤੁਹਾਨੂੰ ਔਖਾ ਲੱਗ ਰਿਹਾ ਹੋਣਾ, ਕਹਿੰਦੇ ਨਹੀਂ ਜੀ ਸਾਡਾ ਰੋਜ਼ ਦਾ ਹੀ ਕੰਮ ਹੈ, ਅਸੀਂ ਤੀਜੀ ਚੌਥੀ ਮੰਜ਼ਿਲ ਤੱਕ ਵੀ ਜਾਂਦੇ ਰਹਿੰਦੇ ਹਾਂ। ਵਾਹਿਗੁਰੂ ਜੀ ਇੱਕ ਬੜਾ ਬੋਰਡ ਵੀ ਲੈ ਕੇ ਆਏ ਨੇ ਇਹ, ਜਿਵੇਂ ਕਿਤੇ ਕੋਈ ਕਟਿੰਗ ਕਰਕੇ ਕਿਤੇ ਕੁਛ ਲਾਉਣਾ ਹੁੰਦਾ ਹੈ। ਬਾਕੀ ਫਿਰ ਪਤਾ ਨਹੀਂ ਇਹ ਕਾਹਦੇ ਵਾਸਤੇ ਹੈ, ਇਹ ਵੀ ਬਾਅਦ 'ਚ ਪੁੱਛੂੰਗੀ ਸਰਦਾਰ ਜੀ ਨੂੰ, ਬਾਅਦ 'ਚ ਹੀ ਪਤਾ ਲੱਗੂਗਾ। ਤੇ ਫਿਲਹਾਲ ਤਾਂ ਜੋ ਤੁਹਾਨੂੰ ਦਿਖਾ ਰਹੇ ਹਾਂ ਉਹੀ ਹੈ, ਤੁਹਾਡੇ ਸਾਹਮਣੇ ਜੋ ਵੀ ਕਰ ਰਹੇ ਹਾਂ ਹੋ ਰਿਹਾ ਹੈ, ਇਹ ਸਾਰਾ ਰੀਅਲ ਹੈ ਜੀ। ਜਦੋਂ ਫਿਰ ਜਿਵੇਂ ਹੁਣ ਬਣ ਤਾਂ ਗਏ, ਲੱਗ ਗਏ ਹੈ ਨਾ, ਫਿਰ ਹੋਰ ਇਹਨਾਂ ਦੀ ਜ਼ਿਆਦਾ ਵਧੀਆ ਲੱਗਣਗੇ। ਕਿਵੇਂ ਲੱਗਣਗੇ ਉਹ ਤੁਸੀਂ ਦੱਸਿਓ ਵੀ ਕਿਵੇਂ ਲੱਗ ਰਹੇ ਨੇ। ਤੇ ਇਹ ਬਲੈਕ ਹੈ ਜੀ ਨੀਚੇ ਵਾਲਾ, ਜਿਵੇਂ ਪਹਿਲਾਂ ਪ੍ਰਤੀਕ ਵਾਈਟ ਲੈ ਕੇ ਗਿਆ ਸੀ ਉੱਪਰ, ਇਹ ਬਲੈਕ ਲੈ ਕੇ ਜਾ ਰਹੇ ਨੇ। ਤੇ ਉੱਪਰ ਵਾਈਟ ਲਗਵਾਵਾਂਗੇ, ਨੀਚੇ ਬਲੈਕ ਲਗਵਾਵਾਂਗੇ। ਇਹ ਲਓ ਜੀ, ਹੁਣ ਮੈਨੂੰ ਲੱਗਦਾ ਸਾਰੇ ਇਹ ਉੱਪਰ ਚਲੇ ਗਏ ਬਾਕਸ ਜਿੰਨੇ ਵੀ ਬਣਾਏ ਸੀ। ਤੇ ਹੁਣ ਇਹਨਾਂ ਵਾਸਤੇ ਮੈਂ ਚਾਹ ਬਣਾਉਂਗੀ। ਇਹ ਜਦੋਂ ਸਾਰੇ ਬਾਕਸ ਉੱਪਰ ਚੜਾ ਦੇਣਗੇ ਤੇ ਆਪਣਾ ਡਰਾਇੰਗ ਰੂਮ 'ਚ ਬੈਠ ਕੇ ਚਾਹ ਪੀਵਾਂਗੇ। ਓਕੇ, ਹਾਲੇ ਤਾਂ ਜਿੱਥੇ ਇਹਨਾਂ ਦਾ ਦਿਲ ਕੀਤਾ ਉਵੇਂ ਇਹਨਾਂ ਨੇ ਸਾਰਾ ਸਮਾਨ ਰੱਖਤਾ। ਹੁਣ ਮੈਂ ਇੱਧਰ ਚਾਹ ਰੱਖੀ ਹੈ ਜੀ ਰਸੋਈ 'ਚ। ਤੇ ਜਿਵੇਂ ਇਹ 3 ਜਣੇ ਭਾਈ ਸਾਹਿਬ ਜਿਹੜੇ ਆਏ ਸੀਗੇ ਸਮਾਨ ਲੈ ਕੇ, ਬਾਕੀ ਚੌਥੇ ਸਰਦਾਰ ਜੀ ਨੇ, ਪ੍ਰਤੀਕ ਕਹਿ ਰਿਹਾ ਸੀ ਮੈਂ ਵੀ ਪੀ ਲੂँਗਾ, ਤੇ ਕਈ ਕੱਪ ਹੋ ਜਾਣਗੇ ਚਾਹ ਦੇ। ਵਾਹਿਗੁਰੂ ਜੀ ਅੱਧਾ ਦੁੱਧ ਪਾ ਲੈਂਦੇ ਹੁੰਦੇ ਆ। ਇਹ ਇਲਾਇਚੀ ਦਾ ਫਲੇਵਰ ਦੇਵਾਂਗੇ ਚਾਹ ਦੇ ਵਿੱਚ, ਬਹੁਤ ਵਧੀਆ ਲੱਗਦਾ ਗਰਮੀ ਦੇ ਵਿੱਚ। ਜਿਵੇਂ ਸਰਦੀ 'ਚ ਆਪਾਂ ਅਦਰਕ ਪਾ ਲੈਂਦੇ ਹਾਂ, ਗਰਮੀ 'ਚ ਫਿਰ ਇਲਾਇਚੀ ਬਹੁਤ ਵਧੀਆ ਲੱਗਦੀ ਹੈ ਜੀ। ਤੇ ਇਲਾਇਚੀ ਜੇ ਆਪਾਂ ਸਾਬਤੀ ਪਾਉਂਦੇ ਹਾਂ ਉਹਦਾ ਫਲੇਵਰ ਪੂਰਾ ਨਹੀਂ ਆਉਂਦਾ, ਇਸ ਕਰਕੇ ਥੋੜ੍ਹਾ ਦੈੜ ਜਿਹਾ ਕਰ ਲਵੇ, ਉਹਨੂੰ ਕੁੱਟ ਲਵੇ, ਫਿਰ ਉਹਦਾ ਪੂਰਾ ਫਲੇਵਰ ਆ ਜਾਂਦਾ, ਫਿਰ ਚਾਹ ਬਹੁਤ ਟੇਸਟੀ ਬਣਦੀ ਹੈ ਜੀ। ਤੇ ਉਹ ਨਾਲੇ ਹੁਣ ਪਹਿਲਾਂ ਉਹਨਾਂ ਨੂੰ ਪਾਣੀ ਦਿੱਤਾ ਸੀ, ਡਰਾਇੰਗ ਰੂਮ 'ਚ ਬੈਠੇ ਨੇ, ਪਾਣੀ ਪੀ ਕੇ ਫਿਰ ਚਾਹ ਪੀ ਲੈਣਗੇ। ਤੇ ਫਿਰ ਉਹ ਕਹਿੰਦੇ ਵੀ ਅੱਜ ਨਹੀਂ ਅਸੀਂ ਹੁਣ ਸਟਾਰਟ ਕਰਦੇ, ਸ਼ਾਮ ਨੂੰ ਤਾਂ ਆਏ ਨੇ ਉਹ, ਹੁਣ ਉਹਨਾਂ ਨੂੰ ਹਨੇਰਾ ਹੋ ਰਿਹਾ, ਉਹ ਕਹਿੰਦੇ ਕੱਲ੍ਹ ਤੋਂ ਕੰਮ ਸਟਾਰਟ ਕਰਾਂਗੇ। ਕੱਲ੍ਹ ਸੰਡੇ ਹੈ ਜੀ, ਕੱਲ੍ਹ ਵੀ ਉਹਨਾਂ ਦਾ ਪਤਾ ਨਹੀਂ, ਸ਼ਾਇਦ ਛੁੱਟੀ ਕਰ ਲੈਣ,
ਫਿਰ ਪਰਸੋਂ ਤੋਂ ਕਰਨਗੇ, ਮੰਡੇ ਤੋਂ। ਉਹ ਹਲੇ ਉਹਨਾਂ ਨੇ ਫਾਈਨਲ ਨਹੀਂ ਕੀਤਾ ਵੀ ਅਸੀਂ ਕੱਲ੍ਹ ਆਉਣਾ ਹੈ ਜਾਂ ਛੁੱਟੀ ਕਰਨੀ ਹੈ, ਉਹ ਸਾਨੂੰ ਵੀ ਨਹੀਂ ਪਤਾ ਜੀ। ਵਾਹਿਗੁਰੂ ਜੀ, ਚਾਹ ਕੱਲੀ ਵੀ ਜਿਵੇਂ ਵਧੀਆ ਨਹੀਂ ਲੱਗਦੀ ਹੈ ਨਾ, ਨਾਲ ਕੁਛ ਇਹ ਘਰ ਦੇ ਬਣੇ ਹੋਏ ਬਿਸਕਿਟ ਨੇ, ਤੇ ਇਹ ਵੀ ਆਪਾਂ ਨਾਲ ਸਰਵ ਕਰਾਂਗੇ। ਵਾਹਿਗੁਰੂ ਜੀ, ਲਿਫਾਫੇ 'ਚ ਤਾਂ ਰੱਖੇ ਨੇ ਪਾ ਕੇ, ਫਿਰ ਸਲਾਬ ਨਹੀਂ ਹੁੰਦੀ ਹੈਗੀ, ਫਿਰ ਕੁਰਕਰੇ ਜਿਹੇ ਰਹਿੰਦੇ ਨੇ ਇਹ। ਚਲੋ ਠੀਕ ਹੈ ਵਾਹਿਗੁਰੂ ਜੀ। ਇੱਧਰ ਚਾਹ ਬਣ ਗਈ ਤੇ ਆਪਾਂ ਨੇ ਇਹ ਬਿਸਕੁਟ ਵੀ ਪਾ ਲਏ ਡੱਬੇ 'ਚ। ਹੁਣ ਇਹ ਚਾਹ ਨਾਲ ਦੇਵਾਂਗੇ। ਵਾਹਿਗੁਰੂ ਜੀ, ਮੈਂ ਉੱਪਰ ਆ ਗਈ ਥਰਡ ਫਲੋਰ 'ਤੇ, ਤੇ ਇੱਥੇ ਬਹੁਤ ਜ਼ਿਆਦਾ ਸਮਾਨ ਪਿਆ ਸੀ ਵਾਧੂ। ਇਹ ਇੱਥੋਂ ਚੁਕਵਾਵਾਂਗੇ। ਜਿਹੜੇ ਭਾਈ ਸਾਹਿਬ ਇਹ ਲੱਕੜ ਵਾਲੇ ਸਮਾਨ ਲੈ ਕੇ ਆਏ ਸੀਗੇ ਲੱਕੜ ਦਾ, ਉਹ ਇਹਨਾਂ ਦੀਆਂ ਮਤਲਬ ਕਿ ਜਿਹੜੀਆਂ 2 ਰੇਹੜੀਆਂ 'ਚ ਲੈ ਕੇ ਆਏ ਸੀ ਇਹ, ਤੇ ਉਹ ਹੁਣ ਖਾਲੀ ਜਾਣਗੀਆਂ। ਇਹ ਸਾਡੇ ਪਿੰਡਾਂ ਵੱਲ ਦੇ ਹੀ ਨੇ ਜੀ, ਜਿਹੜੇ ਸਮਾਨ ਲੈ ਕੇ ਆਏ ਸੀਗੇ। ਹੁਣ ਇਹਨਾਂ ਨੇ ਜਿਹੜੀਆਂ ਖਾਲੀ ਉਹ ਲੈ ਕੇ ਜਾਣੀਆਂ ਨੇ। ਅਸੀਂ ਹੁਣ ਇਹਦੇ ਵਿੱਚ ਇਹ ਉੱਪਰ ਜਿਹੜਾ ਸਮਾਨ ਪਿਆ ਇਹਨਾਂ ਦੀਆਂ ਰੇਹੜੀਆਂ 'ਚ ਰੱਖ ਦਾਂਗੇ। ਫਿਰ ਇਹ ਲਿਜਾ ਕੇ ਸਮਾਨ ਮੰਡਿਆਣੇ ਪਹੁੰਚਾ ਦੇਣਗੇ, ਉੱਥੇ ਉਤਾਰ ਦੇਣਗੇ। ਆਪੇ ਉਤਾਰ ਦੇਣਾ ਇਹਨਾਂ ਨੇ, ਅਸੀਂ ਉੱਥੇ ਪਿੰਡ ਪਤਾ ਹੈ ਵੀ ਸਮਾਨ ਪਹੁੰਚਾਉਣਾ ਇੱਥੋਂ। ਵਾਹਿਗੁਰੂ ਜੀ, ਜਿਵੇਂ ਉਹੀ ਆਪਾਂ ਕੰਮ ਤਾਂ ਠੀਕ ਕਰਦੇ ਹਾਂ ਹੈ ਨਾ, ਵਿੱਚੇ ਕੰਮ ਗਲਤ ਵੀ ਹੋਈ ਜਾਂਦੇ ਨੇ। ਜਿਵੇਂ ਮੈਨੂੰ ਉੱਪਰ ਤਾਂ ਆਉਣਾ ਪਿਆ ਸਮਾਨ, ਮਤਲਬ ਕਿ ਵੀ ਇੱਥੇ ਹੁਣ ਜਿਵੇਂ ਮੈਂ ਵੀ ਕਿਹੜਾ ਇੱਥੋਂ ਚੱਕਣਾ ਕਿਹੜਾ ਰੱਖਣਾ ਹੈ ਨਾ, ਇਹ 2 ਪਲਾਈ ਬੋਰਡ ਰੱਖਾਂਗੇ। ਬਾਕੀ ਸਾਰਾ ਸਮਾਨ ਇੱਥੋਂ ਚੁਕਵਾਉਂਗੀ ਮੈਂ। ਸਰਦਾਰ ਜੀ, ਵਾਹਿਗੁਰੂ ਜੀ, ਨੀਚੇ ਨਾ ਫਿਲਟਰ ਵੀ ਖ਼ਰਾਬ ਹੋ ਗਿਆ ਅੱਜ, ਤੇ ਸਰਦਾਰ ਜੀ ਨੇ ਫਿਲਟਰ ਵਾਲਿਆਂ ਨੂੰ ਫ਼ੋਨ ਕੀਤਾ ਹੋਇਆ ਸੀ, ਵਿੱਚੇ ਉਹ ਵੀ ਆ ਗਏ। ਹੁਣ ਸਰਦਾਰ ਜੀ ਫਿਲਟਰ ਠੀਕ ਕਰਵਾ ਰਹੇ ਨੇ ਨੀਚੇ, ਤੇ ਮੈਂ ਉੱਪਰ ਸੋਚ ਰਹੀ ਹਾਂ ਵੀ ਕਿਹੜਾ ਕਿਹੜਾ ਸਮਾਨ ਚੁਕਾਉਣਾ ਸੀਗਾ। ਇਹ 2-3 ਫਲੈਸ਼ਾਂ ਪਈਆਂ ਨੇ ਜੀ, ਤੇ ਇਹ ਵੀ ਪਿੰਡ ਪਹੁੰਚਾਵਾਂਗੇ। ਤੇ ਬਾਕੀ 2 ਡਿਸ਼ ਪਈਆਂ ਨੇ, ਹੋਰ ਲੋਹੇ ਦਾ ਥੋੜ੍ਹਾ ਸਮਾਨ ਪਿਆ। ਇਹ ਭਾਈ ਸਾਹਿਬ ਉਹਨਾਂ ਨੂੰ ਕਹਿ ਕੇ ਸਾਰਾ ਚੁਕਵਾ ਦੇਣਾ ਜੀ ਇੱਥੋਂ। ਤੇ ਸਰਦਾਰ ਜੀ ਜਿਵੇਂ ਤੁਹਾਨੂੰ ਦੱਸਿਆ ਨੀਚੇ ਫਿਲਟਰ ਠੀਕ ਕਰਾਉਂਦੇ ਨੇ, ਨਹੀਂ ਤਾਂ ਉਹਨਾਂ ਨੇ ਚੁਕਵਾ ਦੇਣਾ ਸੀਗਾ। ਤਾਂ ਕਰਕੇ ਹੁਣ ਦੱਸਣਾ ਪੈ ਰਿਹਾ ਇਹਨਾਂ ਨੂੰ ਵੀ ਭਾਈ ਇਹ ਸਾਰਾ ਲੈ ਜਾਓ ਨੀਚੇ ਚੱਕ ਕੇ। ਆ ਤਾਰਾਂ ਉਹ ਦੱਸ ਦਿੰਦੇ ਨੇ। ਫਿਰ ਵਾਹਿਗੁਰੂ ਜੀ ਇੱਥੋਂ ਖੁੱਲ੍ਹਾ ਜਾ ਹੋ ਜਾਊਗਾ, ਜਿਵੇਂ ਨੀਚੇ ਤੋਂ ਉੱਪਰ ਸ਼ਿਫਟ ਹੋਵਾਂਗੇ। ਫਿਰ ਇਹਨੂੰ ਵੀ ਸਟੋਰ ਦੇ ਤੌਰ 'ਤੇ ਵਰਤ ਲਿਆ ਕਰਾਂਗੇ। ਇਹਦੀ ਵੀ ਇੱਥੇ ਸਮਾਨ ਚੱਕ ਕੇ ਚੰਗੀ ਤਰ੍ਹਾਂ ਸਫਾਈ ਕਰਾਂਗੇ। ਹੁਣ ਇੱਥੇ ਬਹੁਤ ਮਤਲਬ ਕਿ ਲਟਰਮ ਜਾਂ ਵਾਧੂ ਜਾਂ ਸਮਾਨ ਪਿਆ। ਮੈਨੂੰ ਇੰਨੀ ਸਮਝ ਲੱਗ ਰਹੀ ਸੀ ਵੀ ਤਾਰਾਂ ਤੂਰਾਂ ਕੇਬਲ ਬਹੁਤ ਪਈ ਸੀਗੀ ਜੀ, ਕੀ ਰੱਖਣਾ ਹੈ। ਵੈਸੇ ਤਾਂ ਚਲੋ ਸਾਰਾ ਚੁਕਾਉਣਾ ਹੀ ਸੀਗਾ, ਪਰ ਫਿਰ ਵੀ ਚਲੋ ਜਿਵੇਂ ਇਹ ਵੀ ਵਿਚਾਰੇ ਪੁੱਛੀ ਜਾਂਦੇ ਸੀ ਜੀ ਕੋਈ ਸਮਾਨ ਦੱਸ ਦਿਓ ਹੁਣ ਜੀ ਰੱਖਣ ਵਾਲਾ, ਨਹੀਂ ਤਾਂ ਫਿਰ ਅਸੀਂ ਸਾਰਾ ਚੱਕ ਕੇ ਨੀਚੇ ਲੈ ਜਾਂਦੇ ਸੀਗੀ। ਤੇ ਜਿਵੇਂ ਪੱਖਾ ਹੈ ਨਾ, ਇਹ ਕਹਿ ਰਹੇ ਸੀ ਜੇ ਤੁਸੀਂ ਪੱਖਾ ਰੱਖਣਾ ਰੱਖ ਲਓ ਜੀ, ਪਿੰਡ ਬਚਾਉਣੇ ਪਿੰਡ ਬਚਾਉਣੇ। ਤੇ ਤਕਰੀਬਨ ਵਾਹਿਗੁਰੂ ਜੀ ਇੱਥੋਂ ਜਿਹੜਾ ਸਾਰਾ ਸਮਾਨ ਹੈ ਉਹ ਇਹਨਾਂ ਨੂੰ ਕਿਹਾ ਸੀਗਾ ਵੀ ਚਲੋ ਜੇ ਸਾਨੂੰ ਫਿਰ ਦੁਬਾਰਾ ਵੀ ਕਿਸੇ ਚੀਜ਼ ਦੀ ਲੋੜ ਪਈ, ਅਸੀਂ ਪਿੰਡੇ ਪਹੁੰਚਾ ਰਹੇ ਹਾਂ, ਪਿੰਡ ਤੋਂ ਦੁਬਾਰਾ ਚੱਕ ਲਾਂਗੇ, ਪਰ ਇੱਕ ਵਾਰ ਤੁਸੀਂ ਉੱਥੇ ਲੈ ਜਾਓ ਸਾਰਾ ਇਹ ਪਹੁੰਚਾ ਦਿਓ। ਤੇ ਇਹ ਕਹਿੰਦੇ ਵੀ ਚਲੋ ਠੀਕ ਹੈ। ਵਾਹਿਗੁਰੂ ਜੀ, ਜਿਹੜੇ ਸਾਡੇ ਪਿੰਡਾਂ ਦੇ ਲੋਕਲ ਮਤਲਬ ਕਿ ਕੰਮ ਕਰਨ ਵਾਲੇ ਹੁੰਦੇ ਨੇ, ਇਹ ਚਾਹੇ ਮਤਲਬ ਕਿ ਹਨੇਰੇ ਸਵੇਰੇ ਵੀ ਇਹਨਾਂ ਨੂੰ ਕੰਮ ਕਰਨਾ ਪੈ ਜਾਵੇ, ਇਹ ਕਾਣਤ ਨਹੀਂ ਮੰਨਦੇ ਹੈਗੇ, ਆਪਣੀ ਮਿਹਨਤ ਇਮਾਨਦਾਰੀ ਨਾਲ ਕਰਦੇ ਨੇ। ਇੱਧਰ ਸਰਦਾਰ ਜੀ ਜਿਵੇਂ ਤੁਹਾਨੂੰ ਦੱਸਿਆ ਸੀ ਫਿਲਟਰ ਠੀਕ ਕਰਵਾ ਰਹੇ ਨੇ ਨੀਚੇ। ਵਾਹਿਗੁਰੂ ਜੀ ਉਹੀ ਹੈ ਮਤਲਬ ਕਿ ਵੀ ਜਿਵੇਂ ਆਪਾਂ ਕੰਮ ਠੀਕ ਕਰੀ ਜਾਂਦੇ ਹਾਂ ਘਰ ਦੇ ਕੁਛ ਨਾ ਕੁਛ, ਪਰ ਫਿਰ ਵੀ ਠੀਕ ਕਰਦੇ ਕਰਦੇ ਹੀ ਵਿੱਚੇ ਕੰਮ ਖਰਾਬ ਹੋਈ ਜਾਂਦੇ ਨੇ। ਬਸ ਕਿੰਨੇ ਮਰਜ਼ੀ ਉਹੀ ਹੈ ਵੀ ਠੀਕ ਕਰੀ ਜਾਓ, ਕੁਛ ਨਾ ਕੁਛ ਤਾਂ ਖਰਾਬ ਰਹਿੰਦਾ ਹੀ ਹੈ। ਵਾਹਿਗੁਰੂ ਜੀ ਵੈਸੇ ਇਹ ਕਈ ਵਾਰ ਤਾਂ ਇਹਦੀਆਂ ਜਿਹੜੀਆਂ ਕੈਂਡਲਾਂ ਜਿਹੀਆਂ ਹੁੰਦੀਆਂ ਨੇ ਇਹ ਬਲੋਕ ਹੋ ਜਾਂਦੀਆਂ ਨੇ, ਪਰ ਹੁਣ ਪਤਾ ਨਹੀਂ ਇਹਦੇ ਵਿੱਚੋਂ ਹੋਰ ਕੁਛ ਖਰਾਬ ਜਿਹਾ ਹੋਇਆ ਹੈ। ਉਹ ਛੋਟੀ ਜਿਹੀ ਇੱਕ ਡੱਬੀ ਜੀ ਸੀਗੀ ਜਿਹੜੀ ਇਹਨਾਂ ਨੇ ਚੇਂਜ ਕੀਤੀ ਹੈ, ਬਦਲੀ ਹੈ, ਪਾ ਰਹੇ ਨੇ ਉਹ। ਤੇ
ਚਲੋ ਉਹੀ ਟਾਈਮ ਫਰਨੀਚਰ ਵਾਲੇ ਆਏ ਹੋਏ ਸੀ, ਉਹੀ ਟਾਈਮ ਫਿਲਟਰ ਵਾਲੇ ਵਿੱਚ ਇਕੱਠਾ ਹੀ ਕੰਮ ਹੋ ਗਿਆ। ਵੈਸੇ ਤਾਂ ਵਾਹਿਗੁਰੂ ਜੀ ਸਾਰੇ ਘਰਾਂ ਦੀ ਇਹੀ ਕਹਾਣੀ ਹੈ। ਹੁਣ ਸਰਦਾਰ ਜੀ ਫਿਲਟਰ ਠੀਕ ਕਰਾ ਕੇ ਉੱਪਰ ਆਏ ਨੇ, ਮੈਂ ਕਿਹਾ ਇਹਨਾਂ ਨੂੰ ਵੀ ਚੈੱਕ ਕਰ ਲਓ ਤੁਸੀਂ। ਬਾਕੀ ਤਾਂ ਮੋਟਾ ਮੋਟਾ ਜਿਹਾ ਮੈਂ ਉਹ ਸ਼ੀਟਾਂ ਜਿਹੀਆਂ ਜਿਹੜੀਆਂ ਪਈਆਂ ਸੀਗੀਆਂ ਹੈ ਨਾ ਫਲੱਸ਼ ਵਾਲੀਆਂ, ਉਹ ਚੁਕਵਾਤੀਆਂ। ਬਾਕੀ ਫਿਰ ਸਰਦਾਰ ਜੀ ਹੁਣ ਆਪਣਾ ਆਪ ਚੁਕਾਉਣਗੇ ਜਿਹੜਾ ਰਹਿ ਗਿਆ। ਫਿਲਟਰ ਵਾਲੇ ਭਾਈ ਸਾਹਿਬ ਫਿਲਟਰ ਠੀਕ ਕਰਕੇ ਚਲੇ ਗਏ। ਵਾਹਿਗੁਰੂ ਜੀ ਇਹ ਕੰਮ ਗਿਣਤੀ ਦੇ ਤਾਂ ਹੁੰਦੇ ਨਹੀਂ, ਹੁੰਦੇ ਵੀ ਛੋਟੇ ਛੋਟੇ ਜਿਹੇ ਨੇ, ਪਰ ਟਾਈਮ ਬਹੁਤ ਲੈ ਲੈਂਦੇ ਨੇ ਅਤੇ ਕਰਨੇ ਵੀ ਬਹੁਤ ਜ਼ਰੂਰੀ ਹੁੰਦੇ ਨੇ। ਨਹੀਂ ਤਾਂ ਫਿਰ ਐਵੇਂ ਸਫਾਈ ਨਹੀਂ ਲੱਗਦੀ ਹੈਗੀ, ਗੰਦਾ ਜਿਹਾ ਹੀ ਲੱਗੀ ਜਾਂਦਾ। ਸਫਾਈ ਤਾਂ ਵਾਹਿਗੁਰੂ ਜੀ ਅਸੀਂ ਚਲੋ ਜਿੰਨੀ ਹੁੰਦੀ ਸੀ, ਮਡਿਆਣੇ ਵੀ ਬਹੁਤ ਸਫਾਈ ਰੱਖਦੇ ਸੀਗੇ ਅਤੇ ਇੱਥੇ ਵੀ ਪੂਰੀ ਕੋਸ਼ਿਸ਼ ਕਰਦੇ ਹਾਂ ਸਫਾਈ ਰੱਖਣ ਦੀ। ਬਾਕੀ ਗੁਰੂ ਮਹਾਰਾਜ ਸਭ ਨੂੰ ਤੰਦਰੁਸਤੀਆਂ ਦੇਣ, ਤੰਦਰੁਸਤੀ ਤੋਂ ਬਿਨਾਂ ਬਿਲਕੁਲ ਕੰਮ ਨਹੀਂ ਹੁੰਦਾ ਜੀ। ਵਾਹਿਗੁਰੂ ਜੀ ਸਾਰਾ ਸਮਾਨ ਨੀਚੇ ਚਲਿਆ ਗਿਆ। ਇਹ ਦੇਖੋ 2 ਰੇੜੀਆਂ 'ਚ ਜਿਨ੍ਹਾਂ 'ਚ ਬਾਕਸ ਆਏ ਸੀਗੇ ਉਹਨਾਂ ਦੇ ਵਿੱਚ ਇਹਨਾਂ ਨੇ ਸਮਾਨ ਲੱਦ ਲਿਆ। ਅਤੇ ਹੁਣ ਸਰਦਾਰ ਜੀ ਥੋੜ੍ਹਾ ਜਿਹਾ ਇਹਨਾਂ ਨੂੰ ਅੱਗੇ ਤੱਕ ਗਏ ਨੇ ਇਹਨਾਂ ਨਾਲ। ਚਲੋ ਠੀਕ ਹੈ